हाँ जी डियर स्टूडेंट्स, बेटा नेक्स्ट ਆਪਾਂ ਆਪਣਾ ਅਲਜਬਰਾ ਆਫ ਲਿਮਿਟਸ ਦਾ ਜਿਹੜਾ ਟੌਪਿਕ ਹੈ ਉਹਨੂੰ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਤੁਹਾਡੇ ਕੋਲੇ ਫਸਟ ਆਰਟੀਕਲ ਹੈਗਾ 10th, ਜਿਹਦਾ ਰਿਜ਼ਲਟ ਹੈਗਾ ਕਿ ਅਗਰ ਐਫ ਕੋਈ ਵੀ ਰੀਅਲ ਵੈਲਿਊਡ ਫੰਕਸ਼ਨ ਹੈ ਸੱਚ ਦੈਟ ਕਿ ਉਹਦੀ ਲਿਮਿਟ ਏ ਨੂੰ ਐਗਜ਼ਿਸਟ ਕਰਦੀ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਫੰਕਸ਼ਨ ਆਪਣੇ ਕੋਲ ਹੈਗਾ ਲਿਮਿਟ ਐਕਸ ਅਪਰੋਚਿਸ ਟੂ ਏ ਐਫ ਆਫ ਐਕਸ ਇਕੁਅਲ ਟੂ ਐਲ। ਤਾਂ ਇਹਦੇ ਵਾਸਤੇ ਆਪਾਂ ਕੋਲੇ ਦੋ ਰਿਜ਼ਲਟ ਹੈਗੇ ਨੇ। ਜਿਵੇਂ ਕਿ ਫਸਟ ਰਿਜ਼ਲਟ ਹੈਗਾ ਲਿਮਿਟ ਐਕਸ ਅਪਰੋਚਿਸ ਟੂ ਏ, ਕਿ ਅਗਰ ਤੁਸੀਂ ਫੰਕਸ਼ਨ ਦੇ ਨਾਲ ਕੋਈ ਕੌਨਸਟੈਂਟ ਮਲਟੀਪਲਾਈ ਕਰਦੇ ਹੋ ਤਾਂ ਉਹ ਐਜ਼ ਇਟ ਇਜ਼ ਲਿਮਿਟ ਦੇ ਨਾਲ ਮਲਟੀਪਲਾਈ ਹੋ ਜਾਂਦਾ ਹੈ, ਜਦੋਂ ਕਿ ਕੇ ਜਿਹੜਾ ਹੈਗਾ ਉਹ ਕੋਈ ਵੀ ਰੀਅਲ ਨੰਬਰ ਹੋਣਾ ਚਾਹੀਦਾ। ਠੀਕ ਹੈ ਜੀ। ਅਤੇ ਨੈਕਸਟ ਇਹਦੇ ਨਾਲ ਹੀ ਰਿਲੇਟਿਡ ਇੱਕ ਹੋਰ ਰਿਜ਼ਲਟ ਆਪਾਂ ਕਰ ਸਕਦੇ ਹਾਂ ਕਿ ਜੇ ਮੰਨ ਲਓ ਕਿ ਫੰਕਸ਼ਨ ਦੀ ਲਿਮਿਟ ਏ ਦੇ ਉੱਪਰ ਐਲ ਨੂੰ ਅਪਰੋਚ ਕਰ ਰਹੀ ਹੈ ਤਾਂ ਮੋਡ ਆਫ ਐਫ ਐਕਸ ਦੀ ਜਿਹੜੀ ਲਿਮਿਟ ਹੈ ਉਹ ਮੋਡ ਆਫ ਐਲ ਨੂੰ ਅਪਰੋਚ ਕਰੂਗੀ। ਠੀਕ ਹੈ। ਅਤੇ ਇਹਦੇ ਨਾਲ ਦਾ ਹੀ ਜਿਵੇਂ ਹੁਣ ਆਪਣੇ ਕੋਲ ਇੱਕ ਰਿਜ਼ਲਟ ਹੋਰ ਹੈ ਕਿ ਮੰਨ ਲਓ ਤੁਹਾਡੇ ਕੋਲ ਐਫ ਅਤੇ ਜੀ ਦੋ ਰੀਅਲ ਵੈਲਿਊਡ ਫੰਕਸ਼ਨਸ ਗਿਵਨ ਹੈ ਵਿਦ ਟੂ ਰੀਅਲ ਵੈਲਿਊਡ ਫੰਕਸ਼ਨਸ। ਤਾਂ ਜੇ ਸਪੋਜ਼ ਕਰੋ ਕਿ ਫੰਕਸ਼ਨ ਐਫ ਐਕਸ ਐਲ ਨੂੰ ਅਪਰੋਚ ਕਰਦਾ ਐਂਡ ਫੰਕਸ਼ਨ ਜੀ ਐਕਸ ਐਮ ਨੂੰ ਅਪਰੋਚ ਕਰ ਰਿਹਾ ਹੈ, ਤਾਂ ਐਫ ਪਲਸ ਜੀ ਵਾਲਾ ਜਿਹੜਾ ਫੰਕਸ਼ਨ ਬਣੂਗਾ ਲਿਮਿਟ ਐਕਸ ਅਪਰੋਚਿਸ ਟੂ ਏ ਐਫ ਪਲਸ ਮਾਈਨਸ ਜੀ ਆਫ ਐਕਸ ਇਕੁਅਲ ਟੂ ਐਲ ਆਫ ਪਲਸ ਮਾਈਨਸ ਐਮ। ਮੀਨਸ ਕਿ ਅਗਰ ਦੋ ਫੰਕਸ਼ਨ ਪਲਸ ਹੋ ਰਹੇ ਨੇ ਤਾਂ ਉਹਨਾਂ ਦੀਆਂ ਲਿਮਿਟਸ ਵੀ ਪਲਸ ਹੋ ਜਾਣਗੀਆਂ, ਜੇ ਫੰਕਸ਼ਨ ਮਾਈਨਸ ਹੋ ਰਹੇ ਨੇ ਤਾਂ ਲਿਮਿਟਸ ਵੀ ਮਾਈਨਸ ਹੋ ਜਾਣਗੀਆਂ। ਜੇ ਫੰਕਸ਼ਨ ਮਲਟੀਪਲਾਈ ਹੋ ਰਹੇ ਨੇ ਦੈਨ ਲਿਮਿਟਸ ਵੀ ਮਲਟੀਪਲਾਈ ਹੋ ਜਾਣਗੀਆਂ। ਅਗਰ ਫੰਕਸ਼ਨ ਡਿਵਾਈਡ ਹੋ ਰਹੇ ਨੇ ਦੈਨ ਲਿਮਿਟਸ ਵੀ ਡਿਵਾਈਡ ਹੋ ਜਾਣਗੀਆਂ, ਬਟ ਕੰਡੀਸ਼ਨ ਇਹ ਹੈ ਕਿ ਜਿਹੜੇ ਐਮ ਹੈ ਦੈਟ ਸ਼ੁੱਡ ਬੀ ਨੋਨ ਜ਼ੀਰੋ। ਠੀਕ ਹੈ ਜੀ। ਤਾਂ ਇਹ ਕੁਛ ਰਿਜ਼ਲਟਸ ਨੇ ਅਲਜਬਰਾ ਆਫ ਲਿਮਿਟਸ ਦੇ। ਇਹਨਾਂ ਦੇ ਨਾਲ ਹੀ ਰਿਲੇਟਿਡ ਕੁਛ ਇੱਕ ਰਿਜ਼ਲਟ ਹੋਰ ਹੈਗੇ ਹੈ ਕਿ ਜੇ ਮੰਨ ਲਓ ਤੁਹਾਡੇ ਕੋਲ ਫੰਕਸ਼ਨ ਕੋਈ ਕੌਨਸਟੈਂਟ ਫੰਕਸ਼ਨ ਹੈ, ਫੰਕਸ਼ਨ ਕੋਈ ਕੌਨਸਟੈਂਟ ਹੈ। ਠੀਕ ਹੈ। ਤੁਸੀਂ ਕਿਸੇ ਕੌਨਸਟੈਂਟ ਫੰਕਸ਼ਨ ਦੀ ਲਿਮਿਟ ਫਾਈਂਡ ਕਰਨੀ ਹੈ ਕਿਸੇ ਪਰਟੀਕੂਲਰ ਪੁਆਇੰਟ ਦੇ ਉੱਪਰ, ਤਾਂ ਉਹ ਦੇਖੋ ਕੌਨਸਟੈਂਟ ਫੰਕਸ਼ਨ ਜਿਹੜਾ ਹੈਗਾ ਉਹ ਕਦੇ ਉਹਦੀ ਵੈਲਿਊ ਚੇਂਜ ਤਾਂ ਨਹੀਂ ਹੁੰਦੀ, ਤਾਂ ਉਹਨੇ ਹਮੇਸ਼ਾ ਸੇਮ ਹੀ ਰਹਿਣਾ। ਤਾਂ ਦੈਟ ਮੀਨਸ ਉਹਦੀ ਲਿਮਿਟ ਸੇਮ ਹੀ ਆ ਜਾਊਗੀ, ਚਾਹੇ ਉਹਦੇ ਵਿੱਚ ਤੁਸੀਂ ਕਿਸੇ ਵੀ ਪੁਆਇੰਟ ਦੇ ਉੱਪਰ ਲਿਮਿਟ ਪੁੱਟ ਕਰਕੇ ਦੇਖੋ, ਉਹਨੇ ਆਲਵੇਜ਼ ਉਹੀ ਕੌਨਸਟੈਂਟ ਦੇਣਾ ਜੋ ਫੰਕਸ਼ਨ 'ਤੇ ਡਿਫਾਈਨਡ ਹੈ। ਠੀਕ ਹੈ ਜੀ। ਅਤੇ ਇੱਕ ਨੈਕਸਟ ਪ੍ਰੋਪਰਟੀ ਇਹਦੀ ਇਹ ਹੈ ਕਿ ਜੇ ਮੰਨ ਲਓ ਫੰਕਸ਼ਨ ਜਿਹੜਾ ਹੈਗਾ ਐਕਸ ਏ ਨੂੰ ਅਪਰੋਚ ਕਰਦਾ ਹੈ ਤਾਂ ਜਿਹੜਾ ਐਕਸ ਰੇਜ਼ ਟੂ ਪਾਵਰ ਐਨ ਵਾਲਾ ਜਿਹੜਾ ਫੰਕਸ਼ਨ ਹੋਊਗਾ ਉਹ ਏ ਰੇਜ਼ ਟੂ ਪਾਵਰ ਐਨ ਨੂੰ ਅਪਰੋਚ ਕਰੂਗਾ। ਥਰਡ ਰਿਜ਼ਲਟ ਹੈਗਾ ਕਿ ਅਗਰ ਜਿਹੜੀ ਲਿਮਿਟ ਐਫ ਆਫ ਐਕਸ ਅਪਰੋਚਿਸ ਟੂ ਐਫ ਐਕਸ ਹੈ ਉਹ ਐਫ ਆਫ ਏ ਆਉਣੀ ਹੈ, ਕਿਉਂ? ਅਗਰ ਐਫ ਐਕਸ ਕੋਈ ਵੀ ਪੋਲੀਨੋਮੀਅਲ ਹੋਵੇ ਆਪਣੇ ਕੋਲ। ਨੈਕਸਟ ਫੋਰਥ ਰਿਜ਼ਲਟ ਹੈਗਾ ਕਿ ਲਿਮਿਟ ਐਕਸ ਅਪਰੋਚਿਸ ਟੂ ਏ ਐਫ ਐਕਸ ਬਾਈ ਜੀ ਐਕਸ ਇਕੁਅਲ ਟੂ ਐਫ ਆਫ ਏ ਬਾਈ ਜੀ ਆਫ ਏ ਰਿਗਾਰਡਿੰਗ ਜੀ ਆਫ ਏ ਨੋਟ ਇਕੁਅਲਸ ਟੂ ਜ਼ੀਰੋ। ਠੀਕ ਹੈ ਜੀ। ਇਹ ਕੁਛ ਰਿਜ਼ਲਟਸ ਨੇਗੇ। ਨੈਕਸਟ ਕੁਛ ਰਿਜ਼ਲਟ ਆ ਜਾਂਦੇ ਨੇ ਗ੍ਰੇਟੈਸਟ ਇੰਟੀਜ਼ਰ ਫੰਕਸ਼ਨ ਦੇ। ਗ੍ਰੇਟੈਸਟ ਇੰਟੀਜ਼ਰ ਫੰਕਸ਼ਨ ਤੁਹਾਨੂੰ ਪਤਾ ਕਿ ਆਪਾਂ ਇਸ ਤਰੀਕੇ ਨਾਲ ਡਿਫਾਈਨ ਕਰਦੇ ਹਾਂ, ਹੈ ਨਾ। ਜਿਹੜਾ ਇਹ ਫੰਕਸ਼ਨ ਹੈ ਇਹ ਡਿਫਾਈਨ ਹੁੰਦਾ ਕਿ ਇਹਨੇ ਗ੍ਰੇਟੈਸਟ ਇੰਟੀਜ਼ਰ ਆਂਸਰ ਦੇਣਾ ਹੁੰਦਾ ਜਿਹੜਾ ਕਿ ਲੈਸ ਦੈਨ ਔਰ ਇਕੁਅਲ ਟੂ ਐਨ ਹੁੰਦਾ, ਕਿ ਜੇ ਐਨ ਆਪਾਂ ਕੋਈ ਵੀ ਨੰਬਰ ਇਹਦੇ ਵਿੱਚ ਪੁੱਟ ਕਰਦੇ ਹਾਂ। ਜਿਵੇਂ ਅਗਰ ਤੁਸੀਂ ਕੋਈ ਕਿਸੇ ਏ ਨੈਗੇਟਿਵ ਮੀਨਸ ਕਿ ਏ ਦੇ ਉੱਪਰ ਕੋਈ ਲੈਫਟ ਲਿਮਿਟ ਤੁਸੀਂ ਫਾਈਂਡ ਕਰਦੇ ਹੋ, ਹੈ ਨਾ, ਤਾਂ ਉਹਨੇ ਕੀ ਆਂਸਰ ਦੇਣਾ ਹੁੰਦਾ ਏ ਮਾਈਨਸ 1। ਅਤੇ ਲਿਮਿਟ ਐਕਸ ਅਪਰੋਚਿਸ ਟੂ ਏ ਪੋਜ਼ੀਟਿਵ ਦੇ ਉੱਪਰ ਗ੍ਰੇਟੈਸਟ ਇੰਟੀਜ਼ਰ ਐਕਸ ਨੇ ਕੀ ਆਂਸਰ ਦੇਣਾ ਹੁੰਦਾ ਏ ਇਫ ਏ ਇਜ਼ ਐਨ ਇੰਟੀਜਰ, ਅਗਰ ਇਹ ਕੋਈ ਵੀ ਇੰਟੀਜਰ ਹੈ। ਠੀਕ ਹੈ ਜੀ। ਏ ਦੇ ਉੱਪਰ ਡਜ਼ ਨੋਟ ਐਗਜ਼ਿਸਟ ਅਗਰ ਏ ਕੋਈ ਵੀ ਇੰਟੀਜਰ ਹੈ, ਇਹਦੇ ਉੱਪਰ ਲਿਮਿਟ ਐਗਜ਼ਿਸਟ ਨਹੀਂ ਕਰੂਗੀ। does not exist if a is an integer and limit x approaches to a equal to greatest integer of a if a is not an integer। अगर a integer नहीं हैगा then ਇਹਦੇ equal ਆਊਗਾ, ਤੇ if a integer नहीं हैगा a integer है तो limit exist नहीं ਕਰੂਗੀ। ਠੀਕ ਹੈ ਜੀ। ਤਾਂ ਇਹ ਕੁਛ ਹੋਰ ਇੰਪੋਰਟੈਂਟ ਰਿਜ਼ਲਟ ਸੀਗੇ ਆਰਟੀਕਲ ਨੰਬਰ 13 ਦੇ ਵਿੱਚ, ਤੁਹਾਡੀ ਬੁੱਕ ਦੇ ਵਿੱਚ ਮੈਂਸ਼ਨ ਵੀ ਨੇ ਸਾਰੇ ਰਿਜ਼ਲਟਸ। ਠੀਕ ਹੈ ਰਾਜੇ। ਅਤੇ ਇੱਕ ਹੋਰ ਮੋਸਟ ਇੰਪੋਰਟੈਂਟ ਰਿਜ਼ਲਟ ਇਹ ਹੈ ਕਿ ਅਗਰ ਤੁਸੀਂ ਲਿਮਿਟ ਐਕਸ ਅਪਰੋਚਿਸ ਟੂ ਏ ਸੋਲਵ ਕਰਦੇ ਹੋ
जिमें x रेज़ टू पावर n माइनस a रेज़ टू पावर n अपॉन x माइनस a, तो वो लिमिट आ जाती है n a n माइनस 1, n a रेज़ टू पावर n माइनस 1। तो हम लिमिट नाल रिलेटेड कुछ एग्जांपल्स ने जो आप सॉल्व कर सकते हैं। जिमें तुसीं देखो कि फस्ट एग्जांपल तुहाडे कोल हैगी है लिमिट x अप्रोचेस टू 1 x स्क्वायर माइनस 1 अपॉन x माइनस 1। ठीक है जी, तो जिमें देखो इनू किवें सॉल्व करोगे तुसीं, लिमिट x अप्रोचेस टू 1 x स्क्वायर माइनस 1 अपॉन x माइनस 1। जे तो आप इस डायरैक्टली 1 पुट कर दईए तो इनडिटरमिनेट फॉर्म बन जूगी 0/0 की। तो यदा एक अल्टरनेट प्रोसैस ये है कि तुसीं पहला न्यूमीरेटर दे फैक्टर बनाओ, फैक्टर बना के तुसीं इनू इस तरीके नाल लिख सकते हो कि जो x स्क्वायर माइनस 1 है वो x माइनस 1 तो x प्लस 1 आ जाऊगा, x माइनस 1 कैंसल। दैन तुहाडे कोल सिर्फ इन्ना क बचिया कि जिहड़ा लिमिट x अप्रोचेस टू 1 x प्लस 1 है उहदी लिमिट कितनी आ जाऊगी 2। अगर तुसीं इहदे विच 1 सबस्टिट्यूट कर देंदे हो दैन 2 लिमिट होगी। नैक्सट एक जिवें होर एग्जांपल तुहाडे कोल हैगी है x अप्रोचेस टू 1 x6 माइनस 5x प्लस 4 डिवाइडेड बाई x क्यूब माइनस 2x प्लस 1। ठीक है जी, तो ये वास्ते तुहानूं पहला ये देखना पैना कि जिहड़ा x6 माइनस 5x प्लस 4 है वो किहदा रूट है। जिवें x अप्रोचेस टू 1 अगर तुसीं इहदे विच 1 पुट करदे हो तो 0/0 दी इंडिटरमिनेट फॉर्म बनदी है, तो x माइनस 1 इट मीनस इहदा एक फैक्टर होगा। तुसीं इस पोलीनोमियल नूं जदों x माइनस 1 दे नाल डिवाइड करोगे तो रिमेनिंग जो फैक्टर बचना है जिन्हों आपां कोशिएंट कह दिंदे हुंदे आ x स्क्वायर प्लस x माइनस 4 ते डिवाइड दे विच आऊगा x माइनस 1 x स्क्वायर प्लस x माइनस 1। ठीक है जी, तो कॉमन फैक्टर कैंसल, दैन रिमेनिंग जो बचे वो 1 सबस्टिट्यूट कर सकते हो। तो की आ गया 1 प्लस 1 प्लस 1 प्लस 1 प्लस 1 5 माइनस 4 1 1 प्लस 1 माइनस 1 2 माइनस 1 1 लिमिट x अप्रोचेस टू 1। तो इसका आंसर आ गया 1। ठीक है जी, नैक्सट एक होर एग्जांपल तुहाडे कोल हैगी है लिमिट x अप्रोचेस टू 0 अंडर रूट ऑफ 3 माइनस x माइनस अंडर रूट ऑफ 3 प्लस x डिवाइडेड बाई x। तो हुण जदों तुहाडे कोल इस टाइप दियां अंडर रूट दे विच टर्म्स होण या रैशनल या इटरेशनल फॉर्म्स बनन तो उत्थे आपां करदे हुंदे आ रैशनलाइजेशन। तो इन्हें तुसीं किवें लिख सकदे हो, लिमिट x अप्रोचेस टू 0 अंडर रूट 3 माइनस x माइनस अंडर रूट 3 प्लस x अपॉन x मल्टीप्लाई बाई अंडर रूट ऑफ 3 माइनस x प्लस अंडर रूट ऑफ 3 प्लस x डिवाइडेड बाई 3 माइनस x प्लस अंडर रूट ऑफ 3 प्लस x। जो इन्हें सॉर्ट आउट किया तो तुहाडे कोल ये चीज़ बननी है a स्क्वायर माइनस b स्क्वायर 3 माइनस x प्लस अंडर रूट ऑफ 3 प्लस x लिमिट x अप्रोचेस टू 0। ये चीज़ जो सॉल्व की माइनस 2 अपॉन x अंडर रूट ऑफ 3 माइनस x प्लस अंडर रूट ऑफ 3 प्लस x लिमिट x अप्रोचेस टू 0। हुण तुसीं इहदे विच डायरैक्टली जो 0 पुट करोगे तो अंडर रूट ऑफ मीनस तुहाडे कोल ये चीज़ बन जानी है माइनस 2 अपॉन 2 अंडर रूट 3 मीनस माइनस 1/√3 ये रिक्वायर्ड लिमिट एग्जिस्ट करके। ठीक है जी, हाँ इस तरह का ही एक थर्ड एग्जांपल होर दे रखी है अंडर रूट एक्स स्क्वायर माइनस 1 अंडर रूट एक्स माइनस 1 डिवाइडेड बाई अंडर रूट एक्स स्क्वायर माइनस 1। ਇਹਦਾ ਤੁਸੀਂ ਕੀ ਕੀਤਾ ਕਿ ਜਿਹੜਾ ਇਹ एक्स स्क्वायर माइनस 1 ਸੀ ਇਹਦੇ फैक्टर बनाए a माइनस बी ए प्लस बी सेम एज इट इज़ नीचे a माइनस बी ए प्लस बी कैंसल किया रूट तो रिमेनिंग जो लिमिट आ गई तुहाडे कोल वो आ गई अंडर रूट 2 + 1 बाय अंडर रूट ऑफ 2। ठीक है जी, जो ये फोर्थ एग्जांपल है देखो फोर्थ एग्जांपल में तुसी किवें सॉल्व करना लिमिट x अप्रोचेस टू 0 1 + x रेज़ टू पावर 6 - 1 अपॉन 1 + x रेज़ टू पावर 2 - 1। हुण इत्थे आपां x रेज़ टू पावर n - a रेज़ टू पावर n अपॉन x - a वाला फार्मूला अप्लाई करांगे। देखो किवें करना तुसी इहनूं लिमिट x अप्रोचेस टू 0 देखो x रेज़ टू पावर 6 - 1 रेज़ टू पावर 6 आपां इहनूं लिख सकदे हां। तुसी की करो 1 + x रेज़ टू पावर 6 - 1 रेज़ टू पावर 6 अपॉन 1 + x - 1 डिवाइड करो। सेम ही प्रोसैस आप करांगे डिनोमीनेटर दे नाल। ठीक है, कोई फर्क नहीं पिया कि आप सेम चीज़ मल्टीप्लाई डिवाइड की है। तो जो
ਉੱਪਰ ਵਾਲਾ ਜੋ ਹੈਗਾ ਉਹ ਹੈਗਾ x raised to power n minus a raised to power n upon x minus a। ਇਹਦੀ ਜੋ ਲਿਮਿਟ ਸੀ ਉਹ ਸੀ n a n minus 1 ਮੀਨਸ ਇੱਥੇ ਆਉਣਾ ਤੁਹਾਡੇ ਕੋਲ 6 a 6 minus 1 n a n minus 1 ਠੀਕ ਹੈ ਜੀ। ਇਹ ਬਣਿਆ ਤੁਹਾਡੇ ਕੋਲ 6/2 ਦੈਟ ਮੀਨਸ 3 is the required limit exist ਕਰ। ਨੈਕਸਟ ਇੱਕ ਹੋਰ ਐਗਜ਼ਾਮਪਲ ਹੈਗੀ ਹੈ 7th ਲਿਮਿਟ x approaches to 0 e raised to power 1/x upon e raised to power 1/x plus 1। ਹੁਣ ਜਦੋਂ ਤੁਸੀਂ ਇਹਦੇ ਵਿੱਚ 0 ਸਬਸਟੀਟਿਊਟ ਕਰੋਗੇ ਤਾਂ ਇਨਫਿਨਿਟੀ ਫਾਰਮ ਬਣ ਗਈ ਤੁਹਾਡੇ ਕੋਲ। ਤਾਂ ਇਹਨੂੰ ਸੋਲਵ ਕਰਨ ਵਾਸਤੇ ਤੁਸੀਂ h approaches to ਜਦੋਂ 0 ਕੀਤਾ ਤਾਂ e raised to power 1/h e raised to power minus 1/h plus 1 ਸੋਲਵ ਕਰੋਗੇ ਜਦੋਂ ਤਾਂ ਉਹ ਆ ਗਿਆ 0। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਤੁਸੀਂ ਇਹਦੀ ਲੈਫਟ ਲਿਮਿਟ ਅਤੇ ਰਾਈਟ ਲਿਮਿਟ ਦੋਨੋਂ ਸੋਲਵ ਕਰੋਗੇ। ਦੇਖੋਗੇ ਕਿ ਜਿਹੜੀ ਲੈਫਟ ਲਿਮਿਟ ਹੈ ਉਹ 0 ਆ ਰਹੀ ਹੈ ਅਤੇ ਜਿਹੜੀ ਰਾਈਟ ਲਿਮਿਟ ਜਦੋਂ ਸੋਲਵ ਕੀਤੀ ਉਹ 1 ਆ ਰਹੀ ਹੈ। ਦੈਟ ਮੀਨਸ ਇਹਦੀ ਲਿਮਿਟ ਐਗਜ਼ਿਸਟ ਨਹੀਂ ਕਰੂਗੀ ਕਿਉਂਕਿ ਲੈਫਟ ਲਿਮਿਟ ਅਤੇ ਰਾਈਟ ਲਿਮਿਟ ਦੋਨੋਂ ਡਿਫਰੈਂਟ ਆ ਗਈ ਆਪਣੇ ਕੋਲ। ਠੀਕ ਹੈ ਜੀ। ਨੈਕਸਟ ਹੈਗਾ ਤੁਹਾਡੇ ਕੋਲ ਲਿਮਿਟ ਫਾਈਂਡ ਕਰਨੀ ਹੈ 0 ਦੇ ਉੱਪਰ ਅਤੇ 1 ਦੇ ਉੱਪਰ। ਫੰਕਸ਼ਨ ਡਿਫਾਈਨਡ ਹੈ ਕਿ ਅਗਰ ਤੁਸੀਂ ਲੈਸ ਦੈਨ ਇਕੁਅਲ ਟੂ 0 ਲੈਂਦੇ ਹੋ ਤਾਂ 2x plus 3 ਅਗਰ ਗ੍ਰੇਟਰ ਦੈਨ 0 ਲੈਂਦੇ ਹੋ ਦੈਨ 3x plus 1। ਤਾਂ ਇਹਦੇ ਜਦੋਂ ਤੁਸੀਂ 0 ਦੇ ਉੱਪਰ ਲੈਫਟ ਲਿਮਿਟ ਫਾਈਂਡ ਕਰੋਗੇ ਤਾਂ ਫੰਕਸ਼ਨ ਚੂਜ਼ ਕਰੋਗੇ 2x plus 3 ਵਾਲਾ। ਅਗਰ 1 ਦੇ ਉੱਪਰ 0 ਦੇ ਉੱਪਰ ਰਾਈਟ ਲਿਮਿਟ ਸੋਲਵ ਕਰਦੇ ਹੋ ਤਾਂ ਫੰਕਸ਼ਨ ਚੂਜ਼ ਕਰੋਗੇ 3x plus 1 ਵਾਲਾ। ਤਾਂ ਜਦੋਂ ਲੈਫਟ ਲਿਮਿਟ ਸੋਲਵ ਕੀਤੀ 0 'ਤੇ ਉਹ ਆ ਗਈ 3 ਅਤੇ ਰਾਈਟ ਵੀ 3 ਦੈਟ ਮੀਨਸ 0 ਦੇ ਉੱਪਰ ਲਿਮਿਟ ਐਗਜ਼ਿਸਟ ਕਰ ਗਈ ਅਤੇ ਉਹ ਕਿੰਨੀ ਆ ਗਈ 3। ਹੁਣ 1 ਦੇ ਉੱਪਰ ਵੀ ਜਦੋਂ ਲਿਮਿਟ ਫਾਈਂਡ ਕਰੋਗੇ ਤਾਂ ਤੁਹਾਡੇ ਕੋਲ ਸਿਰਫ ਇੱਕੋ ਹੀ ਫੰਕਸ਼ਨ ਹੈ 3x plus 1 ਦਾ। ਤਾਂ ਲਿਮਿਟ ਕਿੰਨੀ ਆ ਗਈ 6। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਹਦੀਆਂ ਐਗਜ਼ਾਮਪਲਸ ਕਰ ਸਕਦੇ ਹੋ। ਅਗਰ ਕਿਸੇ ਵੀ ਐਗਜ਼ਾਮਪਲ ਦੇ ਵਿੱਚ ਕੋਈ ਡਾਊਟ ਹੁੰਦਾ ਹੈ ਇਹਦੇ ਨਾਲ ਰਿਲੇਟਡ ਐਕਸਰਸਾਈਜ਼ ਵੀ ਤੁਹਾਡੇ ਕੋਲ ਹੈਗੀ ਹੈ। ਐਕਸਰਸਾਈਜ਼ ਦੇ ਨਾਲ ਰਿਲੇਟਡ ਕੁਐਸਚਨਸ ਵੀ ਤੁਸੀਂ ਕਰ ਸਕਦੇ ਹੋ। ਅਗਰ ਕਿਸੇ ਵੀ ਐਗਜ਼ਾਮਪਲ ਦੇ ਵਿੱਚ ਐਕਸਰਸਾਈਜ਼ ਦੇ ਵਿੱਚ ਕੁਐਸਚਨ ਆ ਜਾਏ ਦੈਨ ਤੁਸੀਂ ਪੁੱਛ ਸਕਦੇ ਹੋ। ਓਕੇ।